ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸੰਗਤ ਜੀ ਅਸੀਂ ਜਿਸ ਵਿਸ਼ੇ 'ਤੇ ਵਿਚਾਰ ਕਰਾਂਗੇ, ਬਹੁਤ ਮਹੱਤਵਪੂਰਨ ਵਿਸ਼ਾ ਹੈ ਅੱਜ ਦਾ। ਅੱਜ ਦਾ ਵਿਸ਼ਾ ਹੈ ਸਾਡੀ ਯੋਗਤਾ, ਯਾਨੀ ਅਵਰ ਐਲੀਜੀਬਿਲਿਟੀ। ਸੰਗਤ ਜੀ, ਵੈਸੇ ਤਾਂ ਗੁਰੂ ਸਾਡੇ ਸਭ ਦੇ ਨਾਲ ਇੱਕੋ ਜਿਹਾ ਹੀ ਪ੍ਰੇਮ ਕਰਦਾ ਹੈ। ਗੁਰੂ ਦੇ ਲਈ ਕੋਈ ਵੀ ਛੋਟਾ, ਕੋਈ ਵੀ ਵੱਡਾ ਉਸ ਵਾਸਤੇ ਨਹੀਂ ਹੈ। ਕੋਈ ਨੇੜੇ ਨਹੀਂ ਹੈ, ਕੋਈ ਦੂਰ ਨਹੀਂ ਹੈ। ਗੁਰੂ ਸਭ ਨੂੰ ਇੱਕੋ ਹੀ ਅੱਖ ਦੇ ਨਾਲ ਵੇਖਦਾ ਹੈ। ਸਤਿਗੁਰੂ ਸਭਨਾਂ ਦਾ ਭਲਾ ਮਨਾਇੰਦਾ, ਭਾਵ ਗੁਰੂ ਸਭ ਦਾ ਭਲਾ ਲੋਚਦਾ ਹੈ, ਸਭ ਦਾ ਭਲਾ ਕਰਦਾ ਹੈ। ਆਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇੱਕ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ। ਅਸੀਂ ਹੁਣੇ ਹੀ ਗੁਰੂ ਆਨੰਦ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਅਰਥਾਂ ਨੂੰ ਵੀ ਗੁਰੂ ਕੀਆਂ ਸੰਗਤਾਂ ਪਾਸੋਂ ਸਮਝਣਾ ਕੀਤਾ ਹੈ। ਇਸ ਬਾਣੀ ਵਿੱਚ ਪਾਤਸ਼ਾਹ ਦਾ ਇੱਕ ਵਚਨ ਹੈ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਗੁਰੂ ਤਾਂ ਬਖਸ਼ਿਸ਼ ਸਾਡੇ ਸਭ ਉੱਤੇ ਇੱਕੋ ਜਿਹੀ ਹੀ ਕਰਦਾ ਹੈ। ਅੱਗੇ ਪਾਤਰਤਾ ਸਾਡੀ ਹੈ, ਭਾਵ ਯੋਗਤਾ ਸਾਡੀ ਹੈ ਕਿ ਅਸੀਂ ਕਿੰਨਾ ਉਸ ਦੀ ਯੋਗਤਾ ਦੇ ਪਾਤਰ ਬਣਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਅਸੀਂ ਸਮਝਣਾ ਕਰਦੇ ਹਾਂ, ਜਿਹੜਾ ਟੀਚਰ ਹੈ ਉਹ ਆਪਣੀ ਕਲਾਸ ਦੇ ਵਿੱਚ ਤਾਂ ਸਭ ਨੂੰ ਲੈਸਨ ਇੱਕੋ ਜਿਹਾ ਹੀ ਦਿੰਦਾ ਹੈ। ਲੈਕਚਰ ਉਹ ਆਪਣੀ ਕਲਾਸ ਦੇ ਵਿੱਚ ਸਭ ਵਿਦਿਆਰਥੀਆਂ ਲਈ ਉਹ ਇੱਕੋ ਜਿਹਾ ਹੀ ਕਰਦਾ ਹੈ। ਪਰ ਅੱਗੇ ਵਿਦਿਆਰਥੀਆਂ ਦੀ ਯੋਗਤਾ ਹੈ ਕਿ ਕਿਹੜਾ ਕਿੰਨਾ ਉਸ ਚੀਜ਼ ਨੂੰ ਗ੍ਰਹਿਣ ਕਰਦਾ ਹੈ। ਕਈਆਂ ਨੂੰ ਪੂਰਾ ਲੈਸਨ ਸਮਝ ਆ ਜਾਂਦਾ ਹੈ, ਕਿਸੇ ਨੂੰ ਬਿਲਕੁਲ ਸਮਝ ਨਹੀਂ ਆਉਂਦਾ। ਉਸ ਕਲਾਸ ਵਿੱਚ ਕੋਈ ਤਾਂ 99% ਨੰਬਰ ਲੈਂਦਾ ਹੈ, ਕਿਸੇ ਨੂੰ 30% ਨੰਬਰ ਵੀ ਜਿਹੜੇ ਨੇ ਉਹ ਨਹੀਂ ਮਿਲਦੇ। ਯਾਨੀ ਉਹਨਾਂ ਵਿਦਿਆਰਥੀਆਂ ਦੀ ਜੋ ਗ੍ਰਹਿਣ ਕਰਨ ਦੀ ਤਾਕਤ ਹੈ ਉਹ ਸਭ ਦੀ ਵੱਖੋ ਵੱਖ ਹੈ। ਇੱਕ ਐਗਜ਼ਾਮਪਲ ਹੋਰ ਇੱਥੇ ਲੈਂਦੇ ਹਾਂ, ਗੱਲ ਛੇਤੀ ਸਮਝ ਆ ਜਾਏਗੀ। ਮੰਨ ਲਓ ਬਰਸਾਤ ਹੁੰਦੀ ਹੈ। ਬਰਸਾਤ ਹਰ ਥਾਂ, ਹਰ ਧਰਤੀ ਉੱਤੇ ਇੱਕੋ ਜਿਹੀ ਹੁੰਦੀ ਹੈ। ਇੱਕ ਧਰਤੀ ਤਾਂ ਬੜਾ ਅਨਾਜ ਪੈਦਾ ਕਰਦੀ ਹੈ, ਬੜੀ ਵਧੀਆ ਫਸਲ ਸਾਨੂੰ ਦਿੰਦੀ ਹੈ, ਪਰ ਕਈ ਵਾਰੀ ਉਹਦੇ ਨਾਲ ਦੀ ਹੀ ਧਰਤੀ ਕੁਛ ਵੀ ਪੈਦਾ ਨਹੀਂ ਕਰਦੀ, ਕੁਛ ਵੀ ਪੈਦਾ ਉਸ ਧਰਤੀ 'ਤੇ ਨਹੀਂ ਹੁੰਦਾ। ਬਰਸਾਤ ਤਾਂ ਸਭ 'ਤੇ ਇੱਕੋ ਜਿਹੀ ਹੋਈ ਸੀ। ਜਿਸ ਧਰਤੀ ਨੇ ਬਹੁਤ ਕੁਛ ਪੈਦਾ ਕਰ ਦਿੱਤਾ ਉਹ ਧਰਤੀ ਉਪਜਾਊ ਧਰਤੀ ਸੀ। ਦੂਸਰੀ ਧਰਤੀ ਜੋ ਸੀ ਉਹ ਬੰਜਰ ਧਰਤੀ ਸੀ, ਭਾਵ ਦੋਨਾਂ ਦੀ ਗੁਣਵੱਤਾ ਵਿੱਚ ਫਰਕ ਸੀ। ਠੀਕ ਇਸੇ ਤਰ੍ਹਾਂ ਗੁਰੂ ਸਭ 'ਤੇ ਇੱਕੋ ਜਿਹੀ ਹੀ ਬਖਸ਼ਿਸ਼ ਕਰਦਾ ਹੈ। ਅੱਗੇ ਹਰ ਸਿੱਖ ਦੀ ਆਪਣੀ ਪਾਤਰਤਾ ਹੁੰਦੀ ਹੈ ਕਿ ਆਪਣੀ ਗ੍ਰਹਿਣਸ਼ੀਲਤਾ ਹੁੰਦੀ ਹੈ, ਉਸਦੀ ਪਕੜ ਹੁੰਦੀ ਹੈ। ਕੋਈ ਤਾਂ ਸਤਿਗੁਰ ਦੇ ਇੱਕ ਬੋਲ ਨੂੰ ਆਪਣੇ ਜੀਵਨ ਦੇ ਵਿੱਚ ਹੰਢਾ ਲੈਂਦਾ ਹੈ, ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਪਰ ਕੋਈ ਇਹ ਸਭ ਕੁਛ ਨਹੀਂ ਕਰ ਪਾਉਂਦਾ। ਇਸ ਨੂੰ ਇੰਝ ਕਹਿ ਲਓ ਕਿ ਸਾਗਰ ਕੋਲ ਪਾਣੀ ਤਾਂ ਅਥਾਹ ਹੈ, ਗੱਲ ਸਾਡੀ ਪਾਤਰਤਾ 'ਤੇ ਹੀ ਮੁੱਕਦੀ ਹੈ ਕਿ ਅਸੀਂ ਕਿੰਨੇ ਕਿਲੋ ਦਾ ਬਰਤਨ ਪਾਣੀ ਲੈਣ ਵਾਸਤੇ ਸਾਗਰ ਦੇ ਕੋਲ ਜਾਂਦੇ ਹਾਂ। ਇਸੇ ਤਰ੍ਹਾਂ ਸੰਗਤ ਜੀ, ਗੁਰੂ ਦੇ ਘਰ ਦੇ ਵਿੱਚ ਅਥਾਹ ਬਖਸ਼ਿਸ਼ ਹੈ, ਬੇਅੰਤ ਕਿਰਪਾ ਹੈ, ਬੇਹਿਸਾਬ ਰਹਿਮਤ ਹੈ, ਔਰ ਗੁਰੂ ਸਭ ਨੂੰ ਇੱਕੋ ਨਜ਼ਰ ਨਾਲ ਵੇਖਦਾ ਵੀ ਹੈ। ਰੱਤੀ ਮਾਤਰ ਗੁਰੂ ਵਿਤਕਰਾ ਨਹੀਂ ਕਰਦਾ, ਇੱਥੋਂ ਤੱਕ ਕਿ ਉਹ ਨਾ ਜਾਤ ਦਾ, ਨਾ ਧਰਮ ਦਾ, ਨਾ ਮਜ਼ਹਬ ਦਾ, ਨਾ ਰੂਪ ਦਾ, ਨਾ ਰੰਗ ਦਾ, ਕਿਸੇ ਤਰ੍ਹਾਂ ਦਾ ਵੀ ਉਹ
ਵਿਤਕਰਾ ਨਹੀਂ ਕਰਦਾ। ਇਹ ਹੀ ਨਹੀਂ, ਉਹ ਤਾਂ ਇਹ ਵੀ ਨਹੀਂ ਵੇਖਦਾ ਕਿ ਪਾਪੀ ਕੌਣ ਬੈਠਾ ਹੈ ਔਰ ਪੁੰਨੀ ਕੌਣ ਬੈਠਾ ਹੈ। ਗੁਰੂ ਸਭ ਨੂੰ ਇੱਕੋ ਜਿਹਾ ਹੀ ਵੇਖਦਾ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਜਿਸ ਦੇਵੇਂ ਸੋ ਪਾਵੇ ਦਾ ਅਰਥ ਇਹ ਨਹੀਂ ਹੈ ਕਿ ਗੁਰੂ ਵਿਤਕਰਾ ਕਰਦਾ ਹੈ, ਕਿ ਮਰਜ਼ੀ ਹੈ ਗੁਰੂ ਦੀ ਜਿਸ ਨੂੰ ਚਾਹੇ ਦੇ ਦੇਵੇ, ਕਿਸੇ ਨੂੰ ਦੇਵੇ ਹੀ ਨਾ। ਗੁਰੂ ਐਸਾ ਨਹੀਂ ਹੈ, ਸਭ ਦੇ ਲਈ ਬਰਾਬਰ ਹੈ। ਗੱਲ ਇੱਥੇ ਹੀ ਜਾ ਕੇ ਮੁੱਕਦੀ ਹੈ ਕਿ ਅਸੀਂ ਗੁਰੂ ਦੇ ਸਾਹਮਣੇ ਆਪਣੀ ਕਿੰਨੀ ਯੋਗਤਾ ਬਣਾਈ ਹੈ। ਗੁਰੂ ਕੋਲ ਬੈਠਣ ਦਾ ਅਰਥ ਇਹ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਗੁਰੂ ਦੇ ਯੋਗ ਬਣਾਈਏ। ਜਿਸ ਦਿਨ ਅਸੀਂ ਗੁਰੂ ਦੇ ਯੋਗ ਹੋ ਗਏ, ਉਸੇ ਦਿਨ ਹੀ ਰਹਿਮਤ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਬਾਬਾ ਲਹਿਣਾ ਜੀ ਗੁਰੂ ਸਾਹਿਬ ਕੋਲ ਆਉਂਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਲ ਆਉਂਦੇ ਨੇ। ਬਖਸ਼ਿਸ਼ ਤਾਂ ਪਹਿਲੇ ਦਿਨ ਹੀ ਹੋ ਗਈ ਸੀ, ਪਰ 7 ਸਾਲ ਲੱਗਦੇ ਨੇ ਬਾਬਾ ਲਹਿਣਾ ਜੀ ਨੂੰ ਯੋਗ ਬਣਨ ਵਾਸਤੇ। ਜਿਸ ਦਿਨ ਯੋਗਤਾ ਦੇ ਪਾਤਰ ਉਹ ਹੋ ਜਾਂਦੇ ਨੇ, ਰਹਿਮਤ ਦੇ ਬਖਸ਼ਿਸ਼ ਦੇ ਸਾਰੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਜਾਂਦੇ ਨੇ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਨੂੰ ਵੀ 11 ਸਾਲ ਲੱਗੇ ਸੀ। 11 ਸਾਲ ਸੇਵਾ ਅਤੇ ਸਿਮਰਨ ਦੀ ਕਮਾਈ ਉਹਨਾਂ ਨੇ ਕੀਤੀ, ਯੋਗਤਾ ਬਣ ਗਈ, ਬਖਸ਼ਿਸ਼ ਹੋ ਗਈ। ਸੰਗਤ ਜੀ, ਇਸੇ ਤਰ੍ਹਾਂ ਗੁਰੂ ਕੋਲ ਬੈਠਣਾ, ਬਾਣੀ ਸੁਣਨੀ ਅਤੇ ਪੜ੍ਹਨੀ ਅਤੇ ਪੜ੍ਹ ਕੇ ਸਮਝਣੀ ਕਰਕੇ ਅਸੀਂ ਹੌਲੀ ਹੌਲੀ ਉਸ ਅਕਾਲ ਪੁਰਖ ਦੀ ਯੋਗਤਾ ਦੇ ਪਾਤਰ ਬਣ ਜਾਂਦੇ ਹਾਂ। ਅਤੇ ਜਿਸ ਦਿਨ ਅਸੀਂ ਯੋਗ ਬਣ ਜਾਂਦੇ ਹਾਂ, ਉਸ ਦੀ ਯੋਗਤਾ ਦੇ ਪਾਤਰ ਬਣ ਜਾਂਦੇ ਹਾਂ, ਫਿਰ ਕਿਵ ਸਚਿਆਰਾ ਹੋਈਏ, ਕਿਵ ਤੂੜੇ ਟੁੱਟੇ ਪਾਲ। ਸਚਿਆਰਾ ਦਾ ਅਰਥ ਹੈ ਕਿ ਸੱਚ ਦੇ ਯੋਗ ਹੋਣਾ। ਜਿਸ ਦਿਨ ਸੱਚ ਦੇ ਯੋਗ ਹੋ ਗਏ, ਸਾਡੇ ਅੰਦਰ ਵਿਆਪਕ ਕੂੜ ਦੀ ਵੀ ਪਾਲ ਟੁੱਟ ਜਾਏਗੀ। ਫਿਰ ਉਸ ਦਿਨ ਤੋਂ ਸਤਿਗੁਰ ਦੀ ਰਹਿਮਤ ਹੋਣੀ ਸ਼ੁਰੂ ਹੋ ਜਾਏਗੀ। ਸੋ ਸੰਗਤ ਜੀ, ਆਓ ਅਸੀਂ ਵੀ ਉਸ ਅਕਾਲ ਪੁਰਖ, ਉਸ ਪਰਿਪੂਰਨ ਪਰਮਾਤਮਾ ਦੇ ਯੋਗ ਬਣੀਏ। ਜਿਸ ਦਿਨ ਅਸੀਂ ਉਸ ਦੇ ਯੋਗ ਦੇ ਪਾਤਰ ਬਣ ਗਏ, ਫਿਰ ਤੂੰ ਤੂੰ ਕਰਤਾ ਤੂੰ ਹੁਆ, मुझ में रहा ना हूँ। तू तू करता तू हुआ, मुझ में रहा ना हूँ। जब आपा परका मिट गया, जद देखा तद तू। ਸੰਗਤ ਜੀ, ਇਹ ਸੀ ਸਾਡੀ ਅੱਜ ਦੇ ਵਿਸ਼ੇ ਯੋਗਤਾ, ਸਾਡੀ ਯੋਗਤਾ ਔਰ ਐਲੀਜੀਬਿਲਿਟੀ ਉੱਪਰ ਸਾਡੀ ਅੱਜ ਦੀ ਵਿਚਾਰ। ਇਸ ਵਿਚਾਰ ਵਿੱਚ ਹੋਈਆਂ ਭੁੱਲਾਂ ਨੂੰ ਸੱਚੇ ਪਾਤਸ਼ਾਹ ਜੀ, ਸੰਗਤ ਜੀ, ਆਪ ਸਭ ਮਾफ़ ਕਰ ਦੇਣਾ ਜੀ। ਪਰਮਾਤਮਾ ਅੱਗੇ ਤੋਂ ਸਤਬੁੱਧੀ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।